ਉਹ ਦਰਦ ਲਾਲ ਮਿਰਚਾਂ ਚੁੱਪਣੀਆਂ ਜਦੋਂ ਅਸੀਂ ਫਿਰ ਬੈਠਣਾ, ਔਰ ਫਿਰ ਇੱਕ ਟਾਈਮ ਆਣਾ 5-10 ਮਿੰਟ ਬਾਅਦ ਉਹ ਚੁਭਨ ਹਟ ਜਾਣੀ ਔਰ ਅਸੀਂ ਸ਼ਾਂਤ ਹੋ ਕੇ ਬਹਿਣਾ। ਜਦੋਂ ਸਾਫ਼ ਕਰਨਾ ਨਾ, ਉਹ ਜਿਹੜੀ ਜ਼ਖਮ ਦੀ ਦਰਦ ਆ ਉਹ ਲੱਗਣੀ ਨਹੀਂ ਕਿ ਹੈਗੀ ਹੈ। ਕਿਉਂ? ਕਿਉਂਕਿ ਉਹ ਤੋਂ ਜ਼ਿਆਦਾ ਦਰਦ ਅਸੀਂ ਹੁਣ ਬਰਦਾਸ਼ਤ ਕਰ ਲਈਏ। ਹੁਣ ਉਹ ਦਰਦ ਖਤਮ ਹੀ ਹੋ ਜਾਣੀ ਕਿ ਹੁਣ ਹੈ ਹੀ ਨਹੀਂ। ਹੁਣ ਆਪਾਂ ਜਿੱਦਾਂ ਮਰਜ਼ੀ ਹੱਥ ਚਲਾਈਏ, ਉਹ ਦਰਦ ਹੈ ਹੀ ਨਹੀਂ ਹੁਣ। ਹਾਲਾਂਕਿ ਜ਼ਖਮ ਹੈ ਪਰ ਦਰਦ ਖਤਮ। ਕਿਉਂ? ਕਿਉਂਕਿ ਅਸੀਂ ਉਹ ਤੋਂ ਜ਼ਿਆਦਾ ਦਰਦ ਬਰਦਾਸ਼ਤ ਕਰ ਲਈ। ਇਹਨੂੰ ਕਹਿੰਦੇ ਆਪਣੀ ਸਟਰੈਂਥ ਨੂੰ ਇੰਨਾ ਵਧਾ ਸਕਦੇ ਐ ਅਸੀਂ ਕਿ ਬੜੀ ਤੋਂ ਬੜੀ ਪੀੜਾ ਵੀ ਸਾਡੇ ਮੂਹਰੇ, ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇੰਨਾ ਅੰਦਰੋਂ ਤਾਕਤ ਦਿੱਤੀ ਹੋਈ ਹੈ, ਪਰ ਉਹ ਸਾਡੀ ਸਹਿਣ ਸ਼ਕਤੀ ਤੇ ਕਿ ਅਸੀਂ ਕਿੰਨਾ ਕੁ ਬਰਦਾਸ਼ਤ ਕਰ ਸਕਦੇ ਹਾਂ। ਪਰ ਅਸੀਂ ਅੱਜ ਕੱਲ੍ਹ ਦੇ ਸਮੇਂ 'ਚ ਬੱਚਿਆਂ ਨੂੰ ਨਹੀਂ, ਪੈਰ ਜ਼ਮੀਨ ਤੇ ਨਹੀਂ ਲਾਉਣਾ, ਉਹ ਜ਼ਮੀਨ ਗਰਮ ਹੈ ਉੱਥੇ ਨਹੀਂ ਜਾਣਾ। ਅਸੀਂ ਇੰਨਾ ਨਾਜ਼ੁਕ ਜਿਹਾ ਬਣਾ ਦਿੰਦੇ ਕਿ ਬੱਚੇ ਜੀਵਨ 'ਚ ਡਰਦੇ ਰਹਿੰਦੇ ਹੈ ਔਰ ਮਾੜੀਆਂ ਮਾੜੀਆਂ ਮੁਸੀਬਤਾਂ ਦੇਖ ਕੇ, ਕਿਉਂਕਿ ਮਾਤਾ ਪਿਤਾ ਸਦਾ ਬੱਚਿਆਂ ਨਾਲ ਨਹੀਂ ਰਹਿ ਸਕਦੇ। ਮਾਤਾ ਪਿਤਾ ਤਾਂ ਫਿਰ ਦੁਨੀਆ ਤੋਂ ਚਲੇ ਜਾਂਦੇ ਆ, ਜਾਂ ਆਪਣੇ ਹੁੰਦੇ ਤਾਂ ਬੱਚੇ ਕਿਤੇ ਜਾਂਦੇ ਨਾ, ਉਹ ਮਾੜੀਆਂ ਮਾੜੀਆਂ ਮੁਸੀਬਤਾਂ ਨੂੰ ਦੇਖ ਕੇ ਮਾੜਾ ਜਿਹਾ ਕੋਈ ਡਾਂਟ ਦੇਵੇ ਰੋਣਾ ਸ਼ੁਰੂ ਕਰ ਦਿੰਦੇ ਆ। ਕਿਉਂ? ਕਿਉਂਕਿ ਅਸੀਂ ਉਹਨਾਂ ਦੀ ਹਿੰਮਤ ਨੂੰ ਕਮਜ਼ੋਰ ਹੀ ਇੰਨਾ ਬਣਾ ਦਿੱਤਾ ਹੈ ਆਪਣੇ ਕੋਲ ਗੱਲਾਂ ਕਰ ਕਰਕੇ, ਮੇਰਾ ਲਾਲ, ਮੇਰਾ ਪੁੱਤ, ਮੇਰਾ ਏਦਾਂ। ਠੀਕ ਹੈ, ਬੱਚੇ ਨਾਲ ਪਿਆਰ ਕਰੋ ਪਰ ਉਹਨੂੰ ਕਮਜ਼ੋਰ ਨਾ ਬਣਾਓ। ਤੁਹਾਡਾ ਪਿਆਰ ਬੱਚੇ ਦੀ ਤਾਕਤ ਬਣੇ, ਬੱਚੇ ਦੀ ਕਮਜ਼ੋਰੀ ਨਾ ਬਣੇ। ਸਮਝਦੇ ਹੋ ਕਿ ਨਹੀਂ? ਜਦੋਂ ਸਾਡਾ ਪਿਆਰ ਕਿਸੇ ਦੀ ਕਮਜ਼ੋਰੀ ਬਣ ਜਾਂਦਾ ਤਾਂ ਉਹ ਪਿਆਰ ਨਹੀਂ ਹੈ, ਉਹ ਜ਼ਹਿਰ ਹੈ, ਉਹ ਖਤਮ ਕਰ ਰਿਹਾ ਉਸਨੂੰ। ਸਾਡਾ ਪਿਆਰ ਬੱਚੇ ਦੀ ਤਾਕਤ ਬਣਨਾ ਚਾਹੀਦਾ ਹੈ। ਇਸ ਲਈ ਅਸੀਂ ਤੁਹਾਨੂੰ ਕਹਿੰਦੇ ਕਿ ਪਿਆਰ ਕਰਦੇ ਹੋ ਨਾ ਜੇ ਮਾਲਿਕ ਨਾਲ, ਤਾਂ ਇਹ ਸੋਚੋ ਮੇਰਾ ਮਾਲਿਕ ਮੇਰੇ ਨਾਲ ਆ, ਮੈਂ ਹਰ ਮੁਸੀਬਤ ਨਾਲ ਲੜਨ ਨੂੰ, ਹਰ ਦੁੱਖ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਕਿਉਂਕਿ ਹੁਣ ਮੈਨੂੰ ਡਰ ਨਹੀਂ ਹੈ, ਮੇਰੇ ਮਾਲਿਕ ਦੇ ਸਾਥ ਨੇ, ਉਹਦੇ ਪਿਆਰ ਨੇ, ਉਹਦੇ ਵਿਸ਼ਵਾਸ ਨੇ ਮੈਨੂੰ ਇੰਨੀ ਹਿੰਮਤ ਦੇ ਦਿੱਤੀ ਕਿ ਜਿਸ ਚੀਜ਼ ਤੋਂ ਪੂਰੀ ਦੁਨੀਆ ਡਰਦੀ ਹੈ ਮੈਂ ਉਹਦਾ ਮੁਕਾਬਲਾ ਕਰਨ ਨੂੰ ਵੀ ਤਿਆਰ ਹਾਂ। ਇੱਦਾਂ ਦਾ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ, ਇੱਦਾਂ ਦਾ ਸਾਡੇ ਅੰਦਰ ਪਿਆਰ ਹੋਣਾ ਚਾਹੀਦਾ। ਸੋ ਚੈੱਕ ਕਰੋ ਕਿ ਤੁਹਾਡਾ ਪਿਆਰ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਡੇ ਸਾਥੀਆਂ ਨੂੰ ਕਮਜ਼ੋਰ ਬਣਾਉਣ ਵਾਲਾ ਹੈ ਜਾਂ ਉਹਨਾਂ ਨੂੰ ਮਜ਼ਬੂਤ ਬਣਾਉਣ ਵਾਲਾ ਹੈ। ਸਮਝਦੇ ਹੋ ਕਿ ਨਹੀਂ? ਜ਼ਰਾ ਸਮਝਣਾ ਸਾਰਿਆਂ ਨੇ। ਇਸ ਲਈ ਮਜ਼ਬੂਤ ਬਣੋ, ਆਪ ਵੀ ਮਜ਼ਬੂਤ ਬਣੋ। ਔਰ ਇਹ ਮਜ਼ਬੂਤੀ ਕਦੋਂ ਆਉਂਦੀ ਹੈ? ਜਦੋਂ ਆਪਣੇ ਮਾਲਿਕ ਤੇ ਈਮਾਨ ਹੋਵੇ, ਵਿਸ਼ਵਾਸ ਹੋਵੇ। ਹੁਣ ਇਹੀ ਗੱਲ ਹਰੀਦਾਸ ਜੀ, ਚਿਹਰੇ ਤੇ ਮੁਸਕਰਾਹਟ ਹੈ, ਘਰ 'ਚ ਪਤਨੀ ਬਿਮਾਰ ਹੈ, ਬੱਚਾ ਅੰਨਾ ਹੈ, ਪਰ ਉਹਨਾਂ ਦੇ ਚਿਹਰੇ ਤੇ ਕਹਿ ਦਿਓ ਸਮਾਈਲ ਹੈ, ਮੁਸਕਰਾਹਟ ਹੈ। ਉਹ ਆਦਮੀ ਦੇਖ ਕੇ ਹੈਰਾਨ ਰਹਿ ਗਿਆ। ਔਰ ਉਸਲੇ ਹੋਰ ਵੀ ਹੈਰਾਨੀ ਹੋਈ ਜਦੋਂ ਉਹਨਾਂ ਨੇ ਚਾਦਰ ਵਿਛਾਈ ਕਿ ਘਰ 'ਚ ਆਹੀ ਹੈ ਭਾਈ, ਇੱਥੇ ਬੈਠੋ। ਔਰ ਨਾਲੇ ਪਾਣੀ ਲਿਆਂਦਾ ਤਾਂ ਰੁੱਖੀ ਰੋਟੀ ਲਿਆਂਦੀ, ਸੁੱਕੀ ਰੋਟੀ ਲਿਆਂਦੀ ਕਿ ਆਹ ਹੈ, ਖਾਓ। ਤਾਂ ਮਾਫ ਕਰਿਓ, ਤੁਸੀਂ ਗੁਰੂ ਦੇ ਕੋਲੋਂ ਆਏ ਹੋ, ਪਰ ਘਰ 'ਚ ਥੋੜੀ ਤੰਗੀ ਹੈ, ਮੈਂ ਤੁਹਾਡੀ ਚੰਗੀ ਖਾਤਰ ਸੇਵਾ ਨਹੀਂ ਕਰ ਸਕਦਾ, ਜਿੰਨਾ ਕਿ ਕਬੂਲ ਕਰੋ। ਉਹ ਆਦਮੀ ਕਹਿਣ ਲੱਗਾ, ਹਰੀਦਾਸ ਜੀ ਇੱਕ ਗੱਲ ਦੱਸੋ ਮੈਨੂੰ, ਪਤਨੀ ਤੁਹਾਡੀ ਬਿਮਾਰ, ਬੱਚਾ ਤੁਹਾਡਾ ਅੱਖਾਂ ਤੋਂ ਦੇਖ ਨਹੀਂ ਸਕਦਾ, ਫਿਰ ਵੀ ਤੁਸੀਂ ਮੁਸਕਰਾ ਰਹੇ ਹੋ, ਇਹ ਤੁਹਾਡੀ ਮੁਸਕਰਾਹਟ ਦਾ ਰਾਜ ਕੀ ਹੈ? ਨਹੀਂ ਤਾਂ ਬੰਦੇ ਦੇ ਕੋਈ ਦੁੱਖ ਹੋਵੇ ਨਾ, ਗਰੀਬੀ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਬੰਦਾ ਤਾਂ ਰੋਣੋਂ ਨਹੀਂ ਹਟਦਾ, ਤਾਂ ਆਪਣਾ ਦੁੱਖ ਸਾਰਿਆਂ ਨੂੰ ਸੁਣਾਉਂਦਾ ਹੈ। ਹਾਏ ਮੇਰੇ ਘਰ 'ਚ ਗਰੀਬੀ ਹੈ, ਮੈਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ, ਪੀਣ ਨੂੰ ਪਾਣੀ ਨਹੀਂ ਮਿਲਦਾ, ਪਹਿਨਣ ਨੂੰ ਕੱਪੜਾ ਨਹੀਂ ਮਿਲਦਾ, ਪੈਰੀ ਜੁੱਤੀ ਹੈ ਨਹੀਂ। ਉਹ ਕਿੰਨਾ ਲੋਕਾਂ ਨੂੰ ਦੱਸਦਾ ਹੈ। ਪਰ ਤੁਸੀਂ, ਮੈਂ ਦੇਖਿਆ ਕਿ ਜਦੋਂ ਦਾ ਮੈਂ ਆਇਆ ਹਾਂ, ਹਾਲਾਤ ਵੀ ਦੇਖ ਰਿਹਾ, ਇਹ ਹਾਲਾਤਾਂ ਨੂੰ ਦੇਖ ਕੇ ਮੈਨੂੰ ਤਕਲੀਫ ਹੋ ਰਹੀ ਹੈ, ਮੇਰਾ ਦਿਲ ਘਬਰਾ ਰਿਹਾ ਹੈ। ਪਰ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੈ, ਤੁਸੀਂ 24 ਘੰਟੇ ਇਸ ਘਰ 'ਚ ਰਹਿੰਦੇ ਹੋ, ਤੁਹਾਡੀ ਪਤਨੀ ਹੈ, ਤੁਹਾਡਾ ਬੱਚਾ ਹੈ, ਤੁਸੀਂ ਫਿਰ ਮੁਸਕਰਾ ਰਹੇ ਹੋ। ਉਹ ਮੈਨੂੰ ਦੇਖ ਦੇਖ ਕੇ ਤਕਲੀਫ ਹੋ ਰਹੀ ਹੈ ਔਰ ਤੁਸੀਂ ਫਿਰ ਵੀ ਮੁਸਕਰਾ ਰਹੇ ਹੋ। ਇੱਕ ਹੁੰਦਾ ਨਾ, ਬੰਦਾ ਕਹਿੰਦਾ ਤੇਰੇ ਬੱਚੇ ਨੂੰ ਦੇਖ ਕੇ ਮੈਨੂੰ ਦੁੱਖ ਲੱਗ ਰਿਹਾ ਤਾਂ ਤੂੰ ਮੁਸਕਰਾ ਰਿਹਾ, ਭਾਈ ਤੇਰਾ ਆਪਣਾ ਬੱਚਾ, ਤੈਨੂੰ ਤਾਂ ਜ਼ਿਆਦਾ ਦੁੱਖ ਹੋਣਾ ਚਾਹੀਦਾ ਹੈ। ਪਰ ਹਰੀਦਾਸ ਜੀ ਨੂੰ ਜਦੋਂ ਪੁੱਛਿਆ ਨਾ ਕਿ ਮਹਾਰਾਜ ਪਤਨੀ ਬਿਮਾਰ, ਬੱਚਾ ਅੰਨਾ, ਫਿਰ ਵੀ ਤੁਸੀਂ ਮੁਸਕਰਾ ਰਹੇ ਹੋ, ਰਾਜ ਕੀ ਹੈ? ਤਾਂ ਹਰੀਦਾਸ ਜੀ ਕਹਿੰਦੇ, ਪਿਆਰਿਆ ਰਾਜ ਜਾਣਨਾ ਚਾਹੁੰਦਾ ਹੈ ਤਾਂ ਫਿਰ ਸੁਣ। ਹੁਣ ਜ਼ਰਾ ਗੌਰ ਕਰਨਾ। ਕਹਿੰਦੇ ਹਰੀਦਾਸ ਜੀ ਨਾ ਉੱਠੇ, ਕੋਨੇ 'ਚ ਇੱਕ ਚੁੱਲ੍ਹਾ ਸੀ, ਚੁੱਲ੍ਹੇ 'ਚੋਂ ਨਾ ਕੋਇਲਾ ਲਿਆ ਉਹਨਾਂ ਨੇ, ਕੋਇਲਾ ਲਿਆ ਔਰ ਕੋਇਲਾ ਲੈ ਕੇ ਨਾ ਘਰ ਦੇ ਵਿੱਚ ਉਹਨੇ ਇੱਕ ਗੱਭੇ ਛੋਟੀ ਜਿਹੀ ਲਾਈਨ ਖਿੱਚੀ, ਛੋਟੀ ਜਿਹੀ ਰੇਖਾ ਖਿੱਚੀ, ਏਦਾਂ ਲਾਈਨ ਖਿੱਚੀ। ਕਹਿੰਦੇ ਆਹ ਦੇਖੋ। ਕਹਿੰਦਾ ਜੀ ਇਹ ਕੀ ਹੈ? ਉਹ ਸਵਾਲ ਕਰਨ ਵਾਲਾ ਕਹਿੰਦਾ ਇਹ ਕੀ ਹੈ? ਹਰੀਦਾਸ ਜੀ ਕਹਿੰਦੇ ਸਮਝ ਲੈ ਇਹ ਲਾਈਨ ਨਾ ਮੇਰੇ ਦੁੱਖਾਂ ਦੀ ਲਾਈਨ ਹੈ। ਮੇਰੀ ਪਤਨੀ ਬਿਮਾਰ ਹੈ, ਮੇਰੇ ਘਰ 'ਚ ਗਰੀਬੀ ਹੈ, ਮੇਰਾ ਬੱਚਾ ਅੰਨਾ ਦੇਖ ਨਹੀਂ ਸਕਦਾ, ਇਹ ਦੁੱਖਾਂ ਦੀ ਲਾਈਨ ਹੈ, ਜਿੰਨੇ ਮੇਰੇ ਜੀਵਨ 'ਚ ਦੁੱਖ ਹੈ। ਹੁਣ ਤੂੰ ਪੁੱਛਿਆ ਤੁਹਾਡੀ ਖੁਸ਼ੀ ਦਾ ਰਾਜ ਕੀ ਹੈ, ਤਾਂ ਖੁਸ਼ੀ ਦਾ ਰਾਜ ਆਹ ਦੇਖ। ਕਹਿ ਕੇ ਉਹਨਾਂ ਨੇ ਆਪਣੀ ਕੁੱਲੀ ਦੇ, ਆਪਣੀ ਝੌਂਪੜੀ ਦੇ ਇੱਕ ਕੋਨੇ ਤੋਂ, ਜਿੱਥੇ ਕੋਨਾ ਹੁੰਦਾ ਨਾ ਹੱਦ, ਉਹ ਇੱਕ ਕੋਨੇ ਤੋਂ ਲਾਈਨ ਖਿੱਚੀ ਦੂਜੇ ਕੋਨੇ ਤੱਕ, ਇੱਕ ਕੋਨੇ ਤੋਂ ਲਾਈਨ ਖਿੱਚੀ ਦੂਜੇ ਕੋਨੇ ਤੱਕ, ਉਹ ਗੱਭੇ ਛੋਟੀ ਜਿਹੀ ਲਾਈਨ।
ਉਹਨੇ ਪੁੱਛਿਆ ਸੀ ਹੁਣ ਆਹ ਲਾਈਨ ਕਾਹਦੀ ਹੈ? ਹਰੀਦਾਸ ਜੀ ਕਹਿੰਦੇ ਆ ਛੋਟੀ ਲਾਈਨ ਤਾਂ ਮੇਰੇ ਦੁੱਖਾਂ ਦੀ ਹੈ, ਮੇਰੀ ਪਤਨੀ ਬਿਮਾਰ ਆ, ਮੇਰਾ ਬੇਟਾ ਅੰਨਾ, ਮੇਰੇ ਘਰ 'ਚ ਗਰੀਬੀ। ਇਹ ਛੋਟੀ ਲਾਈਨ ਮੇਰੇ ਦੁੱਖਾਂ ਦੀ ਹੈ, ਕਿਉਂਕਿ ਪਤਨੀ ਜਦੋਂ ਦੀ ਬਿਮਾਰ ਹੋਈ ਆ ਮੈਂ ਦਿਹਾੜੀ ਵੀ ਨਹੀਂ ਜਾ ਸਕਦਾ, ਬੱਚੇ ਨੂੰ ਦੇਖਣਾ ਪੈਂਦਾ ਹੈ, ਇਸ ਲਈ ਘਰ 'ਚ ਤੰਗੀ ਆ ਗਈ ਹੈ। ਇਹ ਛੋਟੀ ਲਾਈਨ ਤਾਂ ਮੇਰੇ ਦੁੱਖਾਂ ਦੀ ਹੈ। ਉਹ ਕਹਿੰਦੇ ਬੜੀ ਲਾਈਨ ਕਾਹਦੀ ਹੈ? ਹਰੀਦਾਸ ਜੀ ਮੁਸਕਰਾ ਕੇ ਕਹਿੰਦੇ ਇਹ ਬੜੀ ਲਾਈਨ ਹੈ ਗੁਰੂ ਦੇ ਪਿਆਰ ਦੀ, ਵਿਸ਼ਵਾਸ ਦੀ। ਮੇਰੇ ਅੰਦਰ ਗੁਰੂ ਨਾਲ ਪਿਆਰ ਇੰਨਾ ਹੈ, ਵਿਸ਼ਵਾਸ ਇੰਨਾ ਹੈ ਕਿ ਉਹਦੇ ਸਾਹਮਣੇ ਦੁੱਖ ਬੜੇ ਛੋਟੇ ਲੱਗਦੇ ਹੈ, ਕਿਉਂਕਿ ਮੈਨੂੰ ਆਪਣੇ ਸਤਿਗੁਰੂ ਨਾਲ ਪਿਆਰ ਹੀ ਇੰਨਾ ਹੈ। ਉਹ ਜ਼ਿੰਦਗੀ ਵੀ ਚਲੀ ਜਾਵੇ ਤਾਂ ਵੀ ਪਰਵਾਹ ਨਹੀਂ, ਕਿਉਂਕਿ ਪ੍ਰੇਮ ਦੇ ਵਿੱਚ ਤਾਂ ਇਨਸਾਨ ਹੱਸ ਕੇ ਕੁਰਬਾਨੀਆਂ ਦੇ ਦਿੰਦਾ ਹੈ। ਅੱਜ ਤੁਸੀਂ ਚੈੱਕ ਕਰਨਾ ਹੈ ਤੁਹਾਡੀ ਕਿਹੜੀ ਲਾਈਨ ਬੜੀ ਹੈ। ਹਰੀਦਾਸ ਮੰਗੋ ਪ੍ਰੇਮ ਦੀ ਲਾਈਨ ਬੜੀ ਹੈ, ਵਿਸ਼ਵਾਸ ਦੀ ਲਾਈਨ ਬੜੀ ਹੈ, ਜਾਂ ਦੁੱਖਾਂ ਦੀ ਲਾਈਨ ਬੜੀ ਹੈ? ਅੱਜ ਬੰਦਾ ਕੀ ਹੈ, ਮਾੜਿਆ ਦੁੱਖ ਆਉਂਦਾ ਹੈ ਤਾਂ ਲੈ ਮਾਲਕੋ ਰਹਿਮਤ ਨਹੀਂ ਕਰਦੇ, ਕਿਰਪਾ ਨਹੀਂ ਕਰਦੇ, ਕਿਰਪਾ ਨਹੀਂ ਹੁੰਦੀ। ਇਹਦਾ ਮਤਲਬ ਛੋਟੇ ਜਿਹੇ ਦੁੱਖ ਨਾਲ ਵਿਸ਼ਵਾਸ ਡਲ ਗਿਆ। ਉਹ ਕਿਰਪਾ ਹੁੰਦੀ ਹੈ ਮਾਲਕ ਦੀ, ਪਰ ਹੁੰਦੀ ਉਦੋਂ ਜਦੋਂ ਪਿਆਰ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ। ਉਹ ਆਦਮੀ ਉੱਠਿਆ, ਉੱਠ ਕੇ ਉਹਨਾਂ ਨੇ ਹਰੀਦਾਸ ਦੇ ਪੈਰ ਫੜ ਲਏ। ਹਰੀਦਾਸ ਜੀ ਕਹਿੰਦੇ ਭਾਈ ਕੀ ਕਰ ਰਿਹਾ ਹੈ, ਪੈਰ ਕਿਉਂ ਫੜ ਰਿਹਾ ਆ? ਉਹ ਕਹਿੰਦਾ ਜੀ ਹੁਣ ਪਤਾ ਲੱਗਾ ਕਿ ਸਤਿਗੁਰ ਨੇ ਕਿਉਂ ਕਿਹਾ ਸੀ ਕਿ ਹਰੀਦਾਸ ਨਾਲ ਮੈਨੂੰ ਬਹੁਤ ਪਿਆਰ ਹੈ। ਔਰ ਵਾਕਈ ਤੁਹਾਡੀ ਕਰਨੀ, ਤੁਹਾਡੇ ਕਰਮ, ਤੁਹਾਡੀ ਚਿਹਰੇ ਦੀ ਮੁਸਕਰਾਹਟ ਵਾਕਈ ਦੱਸ ਰਹੀ ਹੈ ਕਿ ਤੁਸੀਂ ਉਸ ਲਾਇਕ ਹੋ ਕਿ ਸਤਿਗੁਰ ਤੁਹਾਨੂੰ ਪਿਆਰ ਕਰਨ। ਕਿਉਂਕਿ ਜਦ ਗੁਰੂ ਦਾ ਪਿਆਰ ਮਿਲਦਾ ਹੈ ਨਾ ਤਾਂ ਭੀਖ 'ਚ ਨਹੀਂ, ਆਪਣੀ ਕਰਨੀ ਨਾਲ ਪਾਇਆ ਜਾਂਦਾ ਹੈ। ਕਰਮ ਐਸੇ ਕਰਨੇ ਪੈਂਦੇ, ਵਿਸ਼ਵਾਸ ਉਹ ਦਿਖਾਣਾ ਪੈਂਦਾ ਹੈ, ਪ੍ਰੇਮ ਉਹ ਦਿਖਾਣਾ ਪੈਂਦਾ ਹੈ ਕਿ ਜਿੱਥੇ ਗੁਰੂ ਆਪ ਕਵੇ ਵਾਕਈ ਇੰਨੇ ਦੁੱਖਾਂ ਦੇ ਬਾਵਜੂਦ ਵੀ ਉਫ ਤੱਕ ਨਹੀਂ ਕੀਤੀ, ਸ਼ੁਕਰ ਕਰ ਰਿਹਾ ਹੈ, ਚਿਹਰੇ ਤੇ ਮੁਸਕਰਾਹਟ ਹੈ। ਵਾਕਈ ਇਹ ਸਾਡੇ ਪਿਆਰੇ ਦੀ ਨਿਸ਼ਾਨੀ ਹੈ। ਤਾਂ ਹੀ ਦੱਸੀਦਾ ਨਾ, ਕਿਸੇ ਨੇ ਮੌਲਾਨਾ ਰੂਮੀ ਨੂੰ ਪੁੱਛਿਆ ਸੀ ਕਿ ਰੱਬ ਦੇ ਆਸ਼ਿਕ ਦੀ ਨਿਸ਼ਾਨੀ ਕੀ ਹੈ? ਉਹ ਕਹਿੰਦੇ ਰੱਬ ਦੇ ਆਸ਼ਿਕ ਦੀ ਨਿਸ਼ਾਨੀ ਇਹ ਹੈ ਕਿ ਉਹਦੀ ਜ਼ੁਬਾਨ ਤੇ ਹਮੇਸ਼ਾ ਸ਼ੁਕਰ ਹੁੰਦਾ ਹੈ ਔਰ ਉਹ ਹਰ ਦੁੱਖ ਵਿੱਚ, ਹਰ ਭਾਣੇ 'ਚ ਰਾਜੀ ਰਹਿੰਦਾ, ਆਪਣੇ ਰੱਬ ਦੀ ਰਜ਼ਾ ਸਦਾ ਰਾਜੀ ਰਹਿੰਦਾ ਹੈ। ਜਿਹਦੇ ਅੰਦਰ ਇਹ ਦੋ ਗੁਣ ਹੋਣ, ਉਹ ਸ਼ੁਕਰ ਕਰੇ ਔਰ ਰੱਬ ਦੀ ਰਜ਼ਾ 'ਚ ਰਾਜੀ ਰਵੇ, ਤਾਂ ਸਮਝ ਲਓ ਇਹ ਰੱਬ ਦਾ ਆਸ਼ਿਕ ਹੈ। ਸਮਝਦੇ ਹੋ ਕਿ ਨਹੀਂ? ਚੈੱਕ ਕਰੋ, ਮਾੜੇ ਮਾੜੇ ਦੁੱਖਾਂ ਤੋਂ ਘਬਰਾ ਜਾਂਦੇ ਹੋ, ਇਹਦਾ ਮਤਲਬ ਸਾਡੀ ਦੁੱਖਾਂ ਦੀ ਲਾਈਨ ਬੜੀ ਹੈ। ਤਾਂ ਜੇ ਦੁੱਖ ਜਿੱਦਾਂ ਦਾ ਮਰਜ਼ੀ ਹੋਵੇ ਪਰ ਅਸੀਂ ਘਬਰਾਉਂਦੇ ਨਹੀਂ ਹੈ, ਯਕੀਨ ਰੱਖਦੇ ਆਪਣੇ ਮਾਲਿਕ ਤੇ, ਵਿਸ਼ਵਾਸ ਰੱਖਦੇ ਆਪਣੇ ਮਾਲਿਕ ਤੇ ਕਿ ਮੇਰਾ ਪਿਆਰ ਬਹੁਤ ਬੜਾ, ਵਿਸ਼ਵਾਸ ਬਹੁਤ ਬੜਾ ਹੈ, ਤਾਂ ਪਿਆਰਿਆਂ 'ਚ ਨਾਮ ਵੀ ਫੇਰ ਹੀ ਆਉਂਦਾ ਹੈ। ਔਰ ਉਹੀ ਹਰੀਦਾਸ ਬਾਅਦ ਚੋਂ ਸੰਤ ਹਰੀਦਾਸ ਦੇ ਨਾਮ ਨਾਲ ਹੀ ਮਸ਼ਹੂਰ ਹੋਏ, ਕਿਉਂਕਿ ਸਤਿਗੁਰ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਬੰਦਾ ਕੋਇਲੇ ਤੋਂ ਹੀਰਾ ਹੋ ਜਾਂਦਾ ਹੈ, ਪੱਥਰ ਤੋਂ ਮੂਰਤ ਹੋ ਜਾਂਦਾ ਹੈ, ਜਿਹਦੇ ਅੱਗੇ ਲੋਕ ਵੀ ਹੱਥ ਜੋੜ ਕੇ ਖੜ ਜਾਂਦੇ ਹੈ। ਇਸ ਲਈ ਅਸੀਂ ਵੀ ਆਪਣੇ ਅੰਦਰੋਂ ਪਿਆਰ, ਉਹ ਵਿਸ਼ਵਾਸ, ਉਹ ਯਕੀਨ ਪੈਦਾ ਕਰਨਾ ਹੈ, ਉਹ ਭਰੋਸਾ ਪੈਦਾ ਕਰਨਾ ਹੈ ਕਿ ਆਪਣੇ ਮਾਲਿਕ ਤੇ ਐਸਾ ਯਕੀਨ ਹੋਵੇ, ਵਿਸ਼ਵਾਸ ਹੋਵੇ ਕਿ ਜੇ ਦੁੱਖ ਤਕਲੀਫ ਪਰੇਸ਼ਾਨੀ ਹੋਵੇ ਤਾਂ ਪਰਵਾਹ ਨਾ ਕਰੀਏ ਕਿ ਇਹ ਚੀਜ਼ ਕੀ ਹੈ ਭਾਈ। ਉਹ ਜਦ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਂ ਕਿਉਂ ਘਬਰਾਵਾਂ, ਮੈਂ ਕਿਉਂ ਡਰਾਂ, ਮੈਂ ਕਿਉਂ ਚਿੰਤਾ ਕਰਾਂ। ਔਰ ਫਿਰ ਕਹਾਂਗੇ ਕਿ ਆਪਣੇ ਵਿਸ਼ਵਾਸ ਦੀ ਤਾਕਤ ਨੂੰ, ਈਮਾਨ ਯਾਨੀ ਯਕੀਨ ਦੀ ਤਾਕਤ ਨੂੰ ਇੰਨਾ ਵਧਾ ਲਓ ਕਿ ਤੁਹਾਡੇ ਮੋਹਰੇ ਵੀ ਨਾ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦੇ ਪਹਾੜ ਵੀ ਆਣ ਤਾਂ ਤੁਸੀਂ ਇਹਨਾਂ ਨੂੰ ਚੱਕ ਕੇ ਇੱਦਾਂ ਸੁੱਟ ਸਕੋ ਜਿੱਦਾਂ ਹਜ਼ਰਤ ਅਲੀ ਨੇ ਖੈਬਰ ਦੇ ਦਰਵਾਜ਼ੇ ਨੂੰ ਚੱਕ ਕੇ ਮਾਰਿਆ। ਕਿਉਂਕਿ ਵਿਸ਼ਵਾਸ ਦੀ ਤਾਕਤ ਸਭ ਕੁਝ ਕਰਨ ਦੀ ਤਾਕਤ ਦਿੰਦੀ ਹੈ। ਇਸ ਲਈ ਆਪਣੇ ਅੰਦਰ ਯਕੀਨ ਰੱਖੋ, ਆਪਣੇ ਅੰਦਰ ਵਿਸ਼ਵਾਸ ਰੱਖੋ, ਤਾਂ ਫਿਰ ਤੁਹਾਡੇ ਜੀਵਨ 'ਚ ਕੋਈ ਕਮੀ ਨਹੀਂ ਆਏਗੀ, ਕੋਈ ਤੋਟ ਨਹੀਂ ਆਏਗੀ, ਕੋਈ ਘਾਟ ਨਹੀਂ ਆਏਗੀ। ਔਰ ਹੁਣ ਸਮਾਂ ਕਾਫੀ ਹੋ ਗਿਆ ਹੈ, ਇਸ ਲਈ ਹੁਣ ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਜਾਵਾਂਗੇ ਕਿ ਅਗਰ ਮਾਲਿਕ ਦੇ ਘਰ 'ਚ ਆਏ ਹੋ ਤਾਂ ਫਿਰ ਆਪਣੇ ਯਕੀਨ ਨੂੰ, ਆਪਣੇ ਵਿਸ਼ਵਾਸ ਨੂੰ ਭਰਪੂਰ ਕਰੋ, ਤਾਂ ਫਿਰ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ ਭਰਪੂਰ ਹੋਏਗਾ। ਕਿਸੇ ਚੀਜ਼ ਦੀ ਕਮੀ ਨਹੀਂ ਉਸ ਨੂੰ ਰਹਿੰਦੀ। ਔਰ ਫਿਰ ਕਹਾਂਗੇ ਕਿ ਤੁਹਾਡੇ ਅੰਦਰ ਮਾਨਸਿਕ ਸ਼ਕਤੀ ਵੀ ਹੈ, ਸਰੀਰਕ ਸ਼ਕਤੀ ਵੀ ਹੈ ਔਰ ਆਤਮਿਕ ਸ਼ਕਤੀ ਵੀ ਹੈ। ਅਸੀਂ ਜਿਹਦੇ ਉੱਤੇ ਮਿਹਨਤ ਕਰਨੀ ਨਾ ਉਹੀ ਬਲ ਹੋਣਾ, ਵਧਣਾ, ਉਹੀ ਤਾਕਤ ਵਧਣੀ ਸ਼ੁਰੂ ਹੋ ਜਾਣੀ ਹੈ। ਇਸ ਲਈ ਸਰੀਰ ਦੀ ਤਾਕਤ ਵਧਾਣੀ, ਅੱਛੀ ਖੁਰਾਕ ਖਾਓ, ਐਕਸਰਸਾਈਜ਼ ਕਰੋ। ਮਨ ਦੀ ਤਾਕਤ ਵਧਾਣੀ ਹੈ ਤਾਂ ਮੈਡੀਟੇਸ਼ਨ ਕਰੋ, ਧਿਆਨ ਕਰੋ। ਆਤਮਾ ਦੀ ਸ਼ਕਤੀ ਵਧਾਣੀ ਹੈ ਤਾਂ ਕਾਮਿਲ ਮੁਰਸ਼ਿਦ ਕੋਲੋਂ ਯੁਕਤੀ ਲੈ ਕੇ ਉਹ ਆਤਮਾ ਨਾਲ ਜੁੜੋ, ਉਹ ਪਰਮਾਤਮਾ ਨਾਲ ਜੁੜੋ, ਤਾਂ ਫਿਰ ਉਹ ਤਾਕਤ ਮਿਲੇਗੀ। ਕਿਉਂਕਿ ਤੁਸੀਂ ਇੱਥੇ ਕਹੋਗੇ ਮੈਡੀਟੇਸ਼ਨ, ਹੁਣ ਯਾਦ ਰੱਖੋ ਮੈਡੀਟੇਸ਼ਨ ਕਰਨ ਵਾਸਤੇ ਨਾਮ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਮੈਡੀਟੇਸ਼ਨ ਦੀਆਂ, ਧਿਆਨ ਦੀਆਂ ਬਹੁਤ ਵਿਧੀਆਂ ਐਸੀਆਂ ਜਿਹੜੀਆਂ ਅਸੀਂ ਬਿਨਾਂ ਨਾਮ ਤੋਂ ਵੀ ਕਰ ਸਕਦੇ ਹਾਂ। ਪਰ ਜੇ ਅਸੀਂ ਆਤਮਾ ਦੀ ਤਾਕਤ ਨੂੰ ਵਧਾਉਣਾ ਹੈ, ਆਤਮਾ ਔਰ ਪਰਮਾਤਮਾ ਨੂੰ ਇੱਕ ਕਰਨਾ ਹੈ, ਤਾਂ ਫਿਰ ਉਹਦੇ ਵਾਸਤੇ ਸਾਨੂੰ ਯੁਕਤੀ ਦੀ ਲੋੜ ਹੈ, ਉਹਦੇ ਵਾਸਤੇ ਸਾਨੂੰ ਸ਼ਬਦ ਦੀ ਲੋੜ ਹੈ, ਸਿਮਰਨ ਦੀ ਲੋੜ ਹੈ ਕਿ ਜਿਹਦੇ ਨਾਲ ਅਸੀਂ ਆਪਣੇ ਮਾਲਿਕ ਨਾਲ ਉਹ ਕਨੈਕਸ਼ਨ ਬਣਾਉਂਦੇ ਹਾਂ ਕਿ ਫਿਰ ਜਿੱਥੇ ਬਹਿ ਕੇ ਵੀ ਯਾਦ ਕਰਦੇ ਹਾਂ ਸਾਡਾ ਕਨੈਕਸ਼ਨ ਮਾਲਿਕ ਨਾਲ ਜੁੜਦਾ ਤਾਂ ਉਹਦੀ ਤਾਕਤ ਸਾਡੇ ਤੱਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਦੁੱਖਾਂ ਤੋਂ ਘਬਰਾਓ ਨਾ, ਬਲਕਿ ਉਸ ਵਿਧੀ ਦਾ ਇਸਤੇਮਾਲ ਕਰੋ
कि मैं अपनी शक्ति ਨੂੰ ਵਧਾਵਾਂ, ਆਪਣੇ ਮਾਲਕ ਦੀ ਰਹਿਮਤ ਨੂੰ ਵਧਾਵਾਂ। ਇਸ ਲਈ ਮਾਲਕ ਦੀਆਂ ਰਹਿਮਤਾਂ ਨਾਲ ਜੁੜ ਕੇ ਹੀ ਅਸੀਂ ਆਪਣੇ ਜੀਵਨ 'ਚੋਂ ਰਹਿਮਤਾਂ ਵਧਾ ਸਕਦੇ ਹਾਂ। ਕਿਉਂਕਿ ਜਿਹੜੀ ਚੀਜ਼ ਦੀ ਸਾਡੇ ਜੀਵਨ 'ਚ ਕਮੀ ਹੈ ਨਾ, ਜਦੋਂ ਉਹ ਚੀਜ਼ ਨੂੰ ਵਧਾਉਣਾ ਹੋਵੇ ਤਾਂ ਜਿੱਥੇ ਉਹ ਚੀਜ਼ ਹੈ ਉਹਦੇ ਨਾਲ ਜੁੜਨਾ ਪੈਂਦਾ ਹੈ। ਸਮਝਦੇ ਹੋ ਕਿ ਨਹੀਂ? ਉਹਦੇ ਨਾਲ ਜੁੜਨਾ ਪੈਂਦਾ ਹੈ। ਤਾਂ ਜਦੋਂ ਜੁੜ ਜਾਂਦਾ ਹੈ ਬੰਦਾ ਤਾਂ ਫਿਰ ਉਹ ਕਮੀ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਦਾਂ ਦੱਸੀਦਾ ਬੋਡੀ 'ਚ ਪਾਣੀ ਦੀ ਕਮੀ ਆ ਜਾਂਦੀ ਹੈ ਤਾਂ ਫਿਰ ਉਸ ਲਈ ਪਿਆਸ ਲੱਗਦੀ ਹੈ, ਫਿਰ ਬੰਦਾ ਪਾਣੀ ਪੀਂਦਾ ਤਾਂ ਕਮੀ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਰਹਿਮਤਾਂ ਦੀ ਕਮੀ ਆਉਂਦੀ ਤਾਂ ਰਹਿਮਤ ਨਾਲ ਜੁੜਨਾ ਪੈਂਦਾ ਹੈ। ਉਹ ਰਹਿਮਤ ਕਿੱਥੇ ਹੈ? ਰਹਿਮਤ ਹੈ ਸੰਤਾਂ, ਗੁਰੂਆਂ, ਰਹਿਬਰਾਂ, ਫਕੀਰਾਂ ਦੇ ਕੋਲ। ਜਦੋਂ ਉਹਨਾਂ ਨਾਲ ਜੁੜਦੇ ਆ ਤਾਂ ਜਿਹੜੀ ਰਹਿਮਤਾਂ ਦੀ ਕਮੀ ਹੈ ਉਹ ਜੀਵਨ 'ਚ ਕਮੀ ਪੂਰੀ ਹੋਣੀ ਸ਼ੁਰੂ ਹੋ ਜਾਂਦੀ। ਔਰ ਬੰਦੇ ਦੇ ਜੀਵਨ 'ਚ ਜਿੱਦਾਂ ਦੱਸਿਆ ਕਿ ਜਦੋਂ ਸਤਿਗੁਰ ਰੂਪੀ ਮਾਲੀ ਹੁੰਦਾ ਹੈ ਤਾਂ ਜੀਵਨ 'ਚ ਖੁਸ਼ੀਆਂ ਦੇ ਫਲ ਫੁੱਲ, ਉਹ ਖੁਸ਼ੀਆਂ ਦਾ ਬਾਗ ਸਦਾ ਫਿਰ ਖਿਲਿਆ ਰਹਿੰਦਾ, ਕਦੀ ਮੁਰਝਾਉਂਦਾ ਹੀ ਨਹੀਂ ਹੈ। ਇਸ ਲਈ ਮੁਰਸ਼ਿਦ ਨਾਲ ਜੁੜੋ, ਆਪਣੇ ਮਾਲਿਕ ਨਾਲ ਵਿਸ਼ਵਾਸ ਨਾਲ ਜੁੜੋ, ਤਾਂ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਵੀ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਏਗਾ। ਕਿਸੇ ਚੀਜ਼ ਦੀ ਕਮੀ, ਕੋਈ ਤੋਟ ਨਹੀਂ ਆਏਗੀ। ਭਰੋਸਾ ਰੱਖੋ, ਯਕੀਨ ਰੱਖੋ ਔਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾਓ। ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਪਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਤੁਹਾਨੂੰ ਪ੍ਰੋਗਰਾਮਾਂ ਬਾਰੇ ਦੱਸਿਆ ਗਿਆ ਕਿ 30 ਤਰੀਕ ਦਿਨ ਸ਼ਨੀਵਾਰ ਯਾਨੀ 30 ਅਪ੍ਰੈਲ ਸਾਡਾ ਸਤਸੰਗ ਹੈ ਦਿੱਲੀ ਵਿੱਚ। ਔਰ ਦੇਖਿਆ ਕਿ ਕਈ ਜੀਵਾਂ ਨੇ ਪੁੱਛਿਆ ਸੀ ਕਿ ਮਾਲਕੋ ਕਿ ਅਸੀਂ ਦਿੱਲੀ ਸਤਸੰਗ 'ਚ ਨਾਲ ਜਾ ਸਕਦੇ ਹਾਂ। ਤੇ ਅਸੀਂ ਦੱਸਣਾ ਚਾਹਾਂਗੇ ਕਿ ਜਿਨ੍ਹਾਂ ਦੇ ਮਨਾਂ 'ਚ ਭਾਵਨਾ ਹੈ, ਪਿਆਰ ਹੈ, ਜੋ ਨਾਲ ਸਾਡੇ ਯਾਤਰਾ ਕਰਨਾ ਚਾਹੁੰਦੇ ਆ, ਸਫ਼ਰ ਕਰਨਾ ਚਾਹੁੰਦੇ ਆ, ਕਿਉਂਕਿ ਸਤਸੰਗ ਦਾ ਸਮਾਂ ਸ਼ਨੀਵਾਰ ਸ਼ਾਮ ਨੂੰ 8 ਵਜੇ ਹੈ। ਯਾਨੀ ਇੱਥੋਂ ਸਵੇਰੇ ਸਾਡੀ ਰਵਾਨਗੀ ਹੈ, ਜਾਂਦਿਆਂ ਹੀ ਪਰਿਵਾਰ ਨੂੰ ਮਿਲਣਾ ਹੈ ਔਰ ਫਿਰ ਸਤਸੰਗ ਹੋਏਗਾ। ਔਰ ਸਤਸੰਗ ਤੋਂ ਬਾਅਦ ਲੰਗਰ ਪਾਣੀ ਛਕ ਕੇ ਫਿਰ ਵਾਪਸੀ, ਸੰਡੇ ਦੀ ਵਾਪਸੀ ਵੀ ਹੈ। ਇਹ ਨਹੀਂ ਕਿ 2-4 ਦਿਨ ਰੁਕਣਾ ਪੈਣਾ ਹੈ। यानी समझ लो कि यात्रा करते जाना है, उत्थे परिवार को बैठ के परिवार ते रहमतां जो करनियां, फिर उस तो बाद पंडाल च सत्संग का जो आनंद लेना है। फिर उस तो बाद मालिक का गुणगान करदियां असीं संडे नूं वापस भी आ जाना है। इसलिए जिहड़े जीव इस सत्संग च शामिल होना चाहते हैं, जिन्हां कोल साधन है या जिहड़े रल मिल के चाहते कि असीं अपने साधन कर लीए, तो जे दरबार तो जाना है तो दरबार तो सवेरे 7 वजे रवानगी है। यानी शनिवार सवेरे 7 वजे, क्योंकि शनिवार शाम का तां रखा गया कि ऐतवार की छुट्टी होंदी है। फिर बंदा आराम नाल जे रात को 10-11 बजे भी तुरते हैं तो 9-10 बजे तक बंदा आराम नाल वापस पहुँच जाता है अपने घर ताकि अपना काम भी कर सके, रेस्ट कर सके आके। सो शनिवार 7 बजे दरबार तो रवानगी है। पर जे कोई रस्ते चो जाना चाहता है, जिदा फर्ज करो कोई फगवाड़े तो, कोई लुधियाने तो, कोई रोपड़ तो उत्थों भी दरबार की संगत जो जानी है, ये संग जो जाना वो उत्थे शामिल हो सकता है। पर वो वास्ते ਤੁਹਾਨੂੰ ਗੱਡੀ ਦਾ ਪ੍ਰਬੰਧ, ਕਿਉਂਕਿ ਕਈ ਜੀ ਪੁੱਛਦੇ ਸੀ ਕਿ ਦਰਬਾਰ ਤੋਂ ਗੱਡੀ ਜਾਏਗੀ ਨਹੀਂ, ਇਹ ਗੱਡੀਆਂ ਦਾ ਪ੍ਰਬੰਧ ਜੇ ਕੋਈ ਸਾਧਨ ਹੈ ਤਾਂ ਤੁਸੀਂ ਨਾਲ ਮਿਲ ਕੇ ਕਰ ਸਕਦੇ ਹੋ। ਜੇ ਸਤਸੰਗ ਦਾ ਆਨੰਦ ਲੈਣਾ ਚਾਹੁੰਦੇ ਹੋ, ਨਾਲ ਚੱਲਣਾ ਚਾਹੁੰਦੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ। ਕਿਉਂਕਿ ਜਦੋਂ ਇਹ ਗੱਡੀਆਂ ਦਾ ਜੱਥਾ ਜਾਏਗਾ ਤਾਂ ਬੜਾ ਆਨੰਦ ਆਏਗਾ। ਔਰ ਰਸਤੇ 'ਚ ਵੀ ਕਈ ਜਗ੍ਹਾ ਹੁੰਦੀਆਂ ਹੈ ਜਿੱਥੇ ਗੱਡੀਆਂ ਰੁਕਦੀਆਂ ਹੈ, ਮਾਲਕ ਦੇ ਘਰ ਦੀ ਚਰਚਾ ਹੁੰਦੀ ਹੈ। ਇਸ ਲਈ ਜਿਨ੍ਹਾਂ ਦੇ ਦਿਲਾਂ 'ਚ ਵੀ ਭਾਵਨਾ ਹੈ ਜਾਣ ਦੀ, ਇਹ ਯਾਦ ਰੱਖਣਾ ਕਿ ਸ਼ਨੀਵਾਰ ਸਵੇਰੇ 7 ਵਜੇ ਇੱਥੋਂ ਰਵਾਨਗੀ ਹੈ। ਕਿਉਂਕਿ ਸ਼ਨੀਵਾਰ ਸ਼ਾਮ ਨੂੰ 8 ਵਜੇ सत्संग का टाइम उत्थे दिता गया है और 8 वजे तो पहला पहुँचना है। 8 वजे सत्संग आरंभ होएगा। फिर सत्संग की समाप्ति तो बाद फिर लंगर पानी छक के जिदा दसिया फिर उतों वापसी होएगी। इसलिए अगर कोई जान का चाहवान है, खुशी है, क्योंकि जीवा ने पूछया सी, इसलिए सानू अनाउंस करना पै रहा है कि उन्होंने पूरा समझा दईए कि पता होना चाहिए कि शाम को सत्संग का टाइम की है और वापसी कदों आनी है। क्योंकि कई बार बंदा कह तो दिंदा जी शनिवार को सत्संग है दिल्ली, पर यह पता ही नहीं होता वापस कदों आना है। इसलिए वह भी पता होना जरूरी है कि सत्संग तो बाद उतो वापसी होएगी ताकि समय सिर फिर दरबार से पहुँचीए। और फिर तुहानूं पता ही है साडे भी लगातार प्रोग्राम होंदे है, सत्संग होंदे है, फिर अगे जिथे संगत इंतजार करती उत्थे पहुँचना है। सो ये याद रखना कि 30 तरीक 30 अप्रैल दिन शनिवार दिल्ली वास्ते सत्संग की रवानगी है। सवेरे 7 वजे दरबार तो जाना, 7 वजे तक इत्थे पहुँच जाओ। जे रस्ते तुसीं नाल शामिल होना है तो जिथे भी तुसी हो संपर्क करके सेवादारां नाल उत्थों अपनी गड्डी भी साडियां गड्डियां दे नाल तुसी लगा सकते हो। और हुण अंत विच यही उस मालिक के चरणों च अरदास बेनती करांगे कि जिन्ने भी जी उस मालिक के घर च आए हैं, मालिक तुहाडे सब ते अपनी रहमत रखन। और एक गल जो हमेशा कही थी वो भी कहनी है, प्यारो की कहना है, मैनू अपने मालिक ते पूरा, मैनू अपने मालिक ते पूरा, मैनू अपने मालिक ते पूरा, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरे सारे दुख दूर, मेरे सारे दुख दूर, मेरे सारे दुख दूर। मेरा मालिक मेरे, मेरा मालिक मेरे, मेरा मालिक मेरे,
बस इसी तरह विश्वास रखना। अगर विश्वास है तो हर जगह मालिक तुहाडे नाल है। तो फिर कहांगे जिद्दां वो 10 साल 12 साल के बच्चे ने किया, मैं भूतां नूं डराण चला आ, तुसीं भी अज वो विश्वास लैके जाओ कि पुछो भाई कित्थे जा रहे हैं? वो अपनी मुसीबतां परेशानियां नूं डराण जा रहे हैं, अपने दुखों नूं डराण जा रहे हैं, क्योंकि बहुत डर लिया दुखों तो, बहुत डर लिया परेशानियां तो। हुण समा आ गया है कि मेरा मालिक मेरे नाल है, दुख मेरे तो डरनगे, परेशानियां मेरे तो डरनगियां, क्योंकि मैनू अपने मालिक दे पूरा, मेरा मालिक मेरे असे विश्वास रखना। हर कदम ते मालिक तुहाडे नाल है। और अज जिन्ने भी जीव उस मालिक के दर ते पहुंचे है, मालिक तुहाडियां सब दियां हाज़रियां नूं अपने चरणों च कबूल करन। और जिहड़े जीव उस मालिक के नाम दियां न्याज़ां लैके आए है, जे कोई अपनी तकलीफ दुख की न्याज लैके आया है, और जिस भावना नाल न्याज लैके आया है, मालिक उहदी उह भावना नूं, उहदी कामना नूं, उहदी फरियाद नूं पूरा करन, उहदी न्याज नूं कबूल करन। और जिहड़ा जीव अज खुशी की न्याज लैके आया है, मालिक उहदी खुशी की न्याज नूं भी कबूल करन। और इन्नी उत्ते रहमत करन कि उहनूं कदी दुखां की फरियाद करन की लोड़ ही ना पवे। और जिहड़े जीव दरबार की सेवा च योगदान देने वाले है, मालिक उन्हां दीयां कमाईआं च भी बरकतां पाण, उन्हां नूं भी बहुता देण, ताकि इसी तरह मालिक के घर की सेवा करके वो अपनी जिंदगी अपना जीवन सफल बनाते रहन। और मालिक सदा अपनी रहमत अपनी कृपा दया मेहर तुहाडे ते बनाए रखन। आने वाला समा तुहाडे सब दे वास्ते खुशियां कामयाबी सफलता भरिया होवे, दिन दुगनी रात चौगनी मालिक तुहानूं तरक्की देण। यही साडी उस मालिक दे चरनां च अरदास बेनती है। और हुण अंत विच तुहाडे सब दे अंदर वास्ते उस मालिक नूं असीं प्रणाम करदे हां। साडा प्रणाम स्वीकार करो। जय मालिकां दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें। और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।